ਹੈਲੋ L1 ਕਲਾਸ ਕਿਵੇਂ ਹੋ ਸਾਰੇ। ਸਾਰਾ ਜੀ ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਸਿੱਖਾਂਗੇ ਫਾਰਮੈਟਿੰਗ ਏ ਡਾਕੂਮੈਂਟ। ਲਾਸਟ ਜੋ ਤੁਹਾਡਾ ਪਾਰਟ 2 ਸੀ ਉਸ ਦੇ ਵਿੱਚ ਆਪਾਂ ਨੇ ਸਿੱਖਿਆ ਸੀ ਕਿ ਇੱਕ ਡਾਕੂਮੈਂਟ ਨੂੰ ਕਿਵੇਂ ਐਡਿਟ ਕੀਤਾ ਜਾਂਦਾ ਹੈ, ਪਰ ਅੱਜ ਦੇ ਇਸ ਟੌਪਿਕ ਦੇ ਵਿੱਚ ਮੀਨਸ ਤੁਹਾਡੇ ਪਾਰਟ 3 ਦੇ ਵਿੱਚ ਅਸੀਂ ਸਿੱਖਾਂਗੇ ਹਾਊ ਟੂ ਫਾਰਮੈਟ ਏ ਡਾਕੂਮੈਂਟ। ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡਾ ਫਾਰਮੈਟਿੰਗ ਹੈ ਉਸ ਤੋਂ ਕੀ ਭਾਵ ਹੈ। ਤਾਂ ਫਾਰਮੈਟ ਦਾ ਰਾਜੇ ਮਤਲਬ ਇਹ ਹੁੰਦਾ ਹੈ ਕਿ ਜਦੋਂ ਵੀ ਅਸੀਂ ਲਾਈਕ ਤੁਸੀਂ ਕੋਈ ਪੇਜ ਦਾ ਸਟਾਈਲ ਚੇਂਜ ਕਰਨਾ ਹੈ ਜਾਂ ਤੁਸੀਂ ਕੋਈ ਟੈਕਸਟ ਦਾ ਸਟਾਈਲ ਚੇਂਜ ਕਰਨਾ ਹੈ ਜਾਂ ਉਸਨੂੰ ਫਾਰਮੈਟ ਕਰਨਾ ਹੈ, ਜਿਵੇਂ ਕਿ ਤੁਸੀਂ ਉਸਨੂੰ ਬੋਲਡ ਕਰਨਾ ਹੈ, ਇਟੈਲਿਕ ਕਰਨਾ ਹੈ ਜਾਂ ਕਲਰ ਦੇਣਾ ਹੈ, ਤੇ ਇਹ ਸਾਰੀ ਚੀਜ਼ਾਂ ਨੂੰ ਅਸੀਂ ਕੀ ਕਹਿੰਦੇ ਆ, ਫਾਰਮੈਟ ਕਹਿੰਦੇ ਆ। ਠੀਕ ਹੈ, ਤਾਂ ਅੱਜ ਅਸੀਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਸਿੱਖਾਂਗੇ ਕਿ ਜੋ ਸਾਡਾ ਇੱਕ ਪੇਜ ਹੁੰਦਾ ਹੈ, ਜੋ ਕਿ ਇੱਕ ਪੇਜ ਦਾ ਸਟਾਈਲ ਹੁੰਦਾ ਹੈ ਜਾਂ ਸੈਟਅਪ ਹੁੰਦੀ ਹੈ, ਉਸ ਨੂੰ ਅਸੀਂ ਕਿਵੇਂ ਫਾਰਮੈਟ ਕਰ ਸਕਦੇ ਹਾਂ। ਤਾਂ ਫਸਟ ਸਾਡਾ ਜੋ ਟੌਪਿਕ ਹੈ ਉਹ ਹੈ ਪੇਜ ਸਟਾਈਲ ਡਾਕੂਮੈਂਟ। ਠੀਕ ਹੈ, ਤਾਂ ਪੇਜ ਸਟਾਈਲ ਡਾਕੂਮੈਂਟ ਦਾ ਮਤਲਬ ਕੀ ਹੁੰਦਾ ਹੈ, ਮੰਨ ਲਓ ਤੁਹਾਡੇ ਕੋਲ ਕੋਈ ਪੇਜ ਹੈ ਜਾਂ ਕੋਈ ਡਾਕੂਮੈਂਟ ਹੈ, ਤੁਸੀਂ ਉਸਨੂੰ ਕਿਵੇਂ ਸੈੱਟ ਕਰ ਸਕਦੇ ਹੋ। ਕਈ ਵਾਰ ਤੁਹਾਨੂੰ ਆਪਣੀ ਨੀਡ ਦੇ ਅਕੋਰਡਿੰਗ ਪੇਜ ਸੈੱਟ ਕਰਨ ਦੀ ਜ਼ਰੂਰਤ ਹੁੰਦੀ ਹੈ। ਮੰਨ ਲਓ ਤੁਸੀਂ ਕੋਈ ਅਸਾਈਨਮੈਂਟ ਬਣਾ ਰਹੇ ਹੋ ਜਾਂ ਤੁਸੀਂ ਕੋਈ ਬੁੱਕ ਟਾਈਪ ਕਰ ਰਹੇ ਹੋ, ਤਾਂ ਉਸ ਟਾਈਮ ਕੀ ਹੁੰਦਾ ਹੈ, ਸਾਨੂੰ ਆਪਣੀ ਨੀਡ ਦੇ ਅਕੋਰਡਿੰਗ ਪੇਜ ਦੀ ਸੈਟਅਪ ਕਰਨੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਉਸਦਾ ਪ੍ਰਿੰਟ ਆਊਟ ਲੈਣਾ ਹੁੰਦਾ ਹੈ ਤਾਂ ਉਸਦੀ ਜੋ ਸੈਟਿੰਗ ਹੁੰਦੀ ਹੈ ਉਹ ਹਿੱਲ ਜਾਂਦੀ ਹੈ। ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਹੀ ਪੇਜ ਦੀ, ਜਿਵੇਂ ਕਿ ਤੁਸੀਂ ਉਰੇ ਦੇਖ ਸਕਦੇ ਹੋ, ਪੇਜ ਦੇ ਵਿੱਚ ਅਸੀਂ ਇੱਕ ਪੇਜ ਨੂੰ ਕਿਵੇਂ ਫਾਰਮੈਟ ਕਰ ਸਕਦੇ ਹਾਂ, ਉਸਦੀ ਵਿਡਥ ਨੂੰ ਸੈੱਟ ਕਰ ਸਕਦੇ ਹਾਂ, ਹਾਈਟ ਨੂੰ, ਓਰੀਐਂਟੇਸ਼ਨ, ਲਾਈਕ ਤੁਸੀਂ ਉਸਨੂੰ ਪੋਰਟਰੇਟ ਰੱਖਣਾ ਚਾਹੁੰਦੇ ਹੋ ਜਿਵੇਂ ਕਿ ਇਹ ਪੋਰਟਰੇਟ ਹੈ, ਜਾਂ ਤੁਸੀਂ ਉਸਨੂੰ ਲੈਂਡਸਕੇਪ ਰੱਖਣਾ ਚਾਹੁੰਦੇ ਹੋ। ਅਗਰ ਤੁਹਾਡਾ ਪੇਜ ਇੱਦਾਂ ਆ ਰਿਹਾ ਹੈ ਤਾਂ ਉਹ ਕੀ ਹੈ, ਲੈਂਡਸਕੇਪ ਹੈ। ਉਸ ਤੋਂ ਬਾਅਦ ਅਸੀਂ ਰਾਜੇ ਉਸ ਦੇ ਵਿੱਚ ਮਾਰਜਿਨ ਸੈੱਟ ਕਰਦੇ ਹਾਂ। ਮਾਰਜਿਨ ਦਾ ਮਤਲਬ ਕੀ ਹੁੰਦਾ ਹੈ, ਜੋ ਤੁਹਾਡਾ ਪੇਜ ਹੈ, ਲਾਈਕ ਇਹ ਤੁਹਾਡਾ ਪੇਜ ਹੈ, ਉਸਦੀ ਟੌਪ ਤੋਂ ਬੋਟਮ ਤੋਂ ਐਂਡ ਰਾਈਟ ਐਂਡ ਲੈਫਟ ਤੋਂ ਜੋ ਸਪੇਸ ਆ ਰਹੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ। ਅਗਰ ਅਸੀਂ ਉਹ ਸਪੇਸ ਨੂੰ ਇਕੁਅਲ ਰੱਖਾਂਗੇ ਤਾਂ ਉਹ ਚਾਰੋਂ ਪਾਸੇ ਇਕੁਅਲ ਹੋਵੇਗਾ। ਜਿਵੇਂ ਲੈਫਟ ਤੋਂ 2 ਸੈਂਟੀਮੀਟਰ ਕੀਤਾ ਹੈ, ਉਵੇਂ ਆਪਾਂ ਰਾਈਟ ਟੌਪ ਬੋਟਮ ਤੋਂ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਰਾਜੇ ਪੇਪਰ ਟਰੇ ਹੁੰਦੀ ਹੈ। ਪੇਪਰ ਟਰੇ ਜੋ ਕਿ ਸਾਡੀ ਪ੍ਰਿੰਟਰ ਦੇ ਵਿੱਚ ਜੋ ਟਰੇ ਹੁੰਦੀ ਹੈ ਉਸ ਦੀ ਸੈਟਿੰਗ ਕਰਨੀ ਹੈ ਕਿ ਉਸ ਵਿੱਚ ਅਸੀਂ ਕਿਹੜਾ ਪੇਜ ਇੰਸਰਟ ਕਰਨਾ ਹੈ, ਲਾਈਕ A4 ਕਰਨਾ ਚਾਹੁੰਦੇ ਹੋ ਜਾਂ ਲੀਗਲ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਲੇਆਊਟ ਦੀ ਸੈਟਿੰਗ ਹੁੰਦੀ ਹੈ, ਜਿਵੇਂ ਰਾਈਟ ਐਂਡ ਲੈਫਟ ਕਰਨਾ ਹੈ। ਉਸ ਤੋਂ ਬਾਅਦ ਪੇਜ ਨੰਬਰ ਹੁੰਦੇ ਨੇ। ਤਾਂ ਇਹ ਸਾਰੀ ਸੈਟਿੰਗਸ ਨੂੰ ਅਸੀਂ ਕੀ ਕਹਿੰਦੇ ਆ, ਪੇਜ ਸਟਾਈਲ ਡਾਇਲੋਗ। ਠੀਕ ਹੈ, ਤਾਂ ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜੋ ਹੈ ਆਪਣੇ ਪੇਜ ਦੀ ਸੈਟਿੰਗ ਕਰਦੇ ਹਾਂ। ਅਗਰ ਆਪਾਂ ਪ੍ਰੈਕਟੀਕਲ 'ਤੇ ਜਾਈਏ ਤਾਂ ਜੋ ਇਹ ਸੈਟਿੰਗਸ ਹੁੰਦੀਆਂ ਨੇ ਇਹ ਕਿੱਥੇ ਹੁੰਦੀਆਂ ਨੇ, ਫਾਰਮੈਟ ਦੇ ਵਿੱਚ ਹੁੰਦੀਆਂ ਨੇ ਅਤੇ ਪੇਜ ਸੈਟਅਪ ਦੇ ਵਿੱਚ, ਪੇਜ ਆਪਸ਼ਨ ਦੇ ਵਿੱਚ ਹੁੰਦੀ ਆ। ਤਾਂ ਆਪਾਂ ਪ੍ਰੈਕਟੀਕਲ 'ਤੇ ਮੂਵ ਕਰਕੇ ਦੇਖਦੇ ਹਾਂ। ਇਹ ਸਾਡੀ ਫਾਰਮੈਟ ਟੈਬ ਹੈ। ਅਗਰ ਅਸੀਂ ਇਸ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਨੰਬਰ ਆਫ ਆਪਸ਼ਨਸ ਆ ਰਹੀਆਂ ਨੇ। ਅਗਰ ਅਸੀਂ ਪੇਜ ਸਟਾਈਲ ਦੇ ਉੱਤੇ ਜਾਈਏ, ਅਸੀਂ ਅਗਰ ਇਸ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਸਾਡੇ ਕੋਲ ਸੇਮ ਡਾਇਲੋਗ ਬਾਕਸ ਓਪਨ ਹੋ ਜਾਏਗਾ ਜੋ ਅਸੀਂ ਹੁਣੀ ਬੁੱਕ ਦੇ ਵਿੱਚ ਦੇਖਿਆ ਸੀ। ਤਾਂ ਇੱਥੇ ਸਾਡੇ ਕੋਲ ਰਾਜੇ ਨੰਬਰ ਆਫ ਟੈਬਸ ਆ ਰਹੀਆਂ ਨੇ। ਠੀਕ ਹੈ, ਤਾਂ ਇਹ ਸਾਰੀਆਂ ਪੇਜ ਦੀ ਸੈਟਿੰਗਸ ਦੇ ਲਈ ਟੈਬਸ ਹੁੰਦੀਆਂ ਨੇ। ਤਾਂ ਜੋ ਬਾਈ ਡਿਫੋਲਟ ਸਾਡੇ ਕੋਲ ਟੈਬ ਆ ਰਹੀ ਹੈ ਉਹੀ ਹੈ ਜੋ ਆਪਾਂ ਨੇ ਹੁਣੀ ਪੜ੍ਹੀ ਸੀ। ਲਾਈਕ ਤੁਸੀਂ ਇਸ ਦੇ ਵਿੱਚੋਂ ਪੇਜ ਦੀ ਸੈਟਿੰਗ ਕਰਨਾ ਚਾਹੁੰਦੇ ਹੋ, ਤੁਸੀਂ ਜਿਹੜਾ ਵੀ ਪੇਜ ਆਪਣਾ ਪੇਪਰ ਟਰੇ ਦੇ ਵਿੱਚ ਰੱਖੋਗੇ ਉਹ ਅਸੀਂ ਇੱਥੋਂ ਸਿਲੈਕਟ ਕਰ ਲਾਂਗੇ। ਅਗਰ A4 ਰੱਖਣਾ ਹੈ ਜਾਂ A5, ਤੁਸੀਂ ਇੱਥੇ ਕੋਈ ਵੀ ਪੇਜ ਸਿਲੈਕਟ ਕਰ ਸਕਦੇ ਹੋ। ਉਸੇ ਤਰ੍ਹਾਂ ਤੁਸੀਂ ਇਸ ਦੀ ਵਿਡਥ ਹੈ ਜਾਂ ਹਾਈਟ ਹੈ, ਪੇਜ ਨੂੰ ਤੁਸੀਂ ਲੈਂਡਸਕੇਪ ਕਰਨਾ ਹੈ ਤਾਂ ਇਹ ਵਾਲਾ ਜੋ ਪੇਜ ਹੈ ਸਾਡਾ ਲੈਂਡਸਕੇਪ ਹੋ ਗਿਆ ਹੈ। ਅਗਰ ਅਸੀਂ ਪੋਰਟਰੇਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸਨੂੰ ਪੋਰਟਰੇਟ ਵੀ ਕਰ ਸਕਦੇ ਹਾਂ। ਤਾਂ ਆਈ ਹੋਪ ਤੁਹਾਨੂੰ ਪੋਰਟਰੇਟ ਤੇ ਲੈਂਡਸਕੇਪ ਬਾਰੇ ਪਤਾ ਚੱਲ ਗਿਆ ਹੋਵੇਗਾ। ਠੀਕ ਹੈ, ਉਸੇ ਤਰ੍ਹਾਂ ਅਸੀਂ ਅਗਰ ਮਾਰਜਿਨ ਸੈੱਟ ਕਰਨਾ ਚਾਹੁੰਦੇ ਹੋ, ਮੰਨ ਲਓ ਤੁਸੀਂ ਇੱਥੇ 3 ਸੈਂਟੀਮੀਟਰ ਕਰਨਾ ਚਾਹੁੰਦੇ ਹੋ। ਠੀਕ ਹੈ, ਤਾਂ ਤੁਸੀਂ 3 ਸੈਂਟੀਮੀਟਰ ਕਰ ਸਕਦੇ ਹੋ। ਤੁਸੀਂ ਹੱਥ ਦੇ ਨਾਲ ਵੀ 3 ਸੈਂਟੀਮੀਟਰ ਕਰ ਸਕਦੇ ਹੋ। ਠੀਕ ਹੈ, ਤਾਂ ਜਿੱਦਾਂ ਹੀ ਦੇਖੋ ਮੈਂ 3 ਸੈਂਟੀਮੀਟਰ ਕੀਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਡੇ ਪੇਜ ਦੀ ਲੁੱਕ ਹੈ ਉਹ ਚੇਂਜ ਹੋ ਗਈ ਹੈ। ਠੀਕ ਹੈ, ਤਾਂ ਉਸੇ ਤਰ੍ਹਾਂ ਅਗਰ ਅਸੀਂ ਇੱਥੋਂ ਵੀ 3 ਸੈਂਟੀਮੀਟਰ ਕਰਨਾ ਚਾਹੁੰਦੇ ਹਾਂ ਐਂਡ ਇੱਥੇ ਵੀ 3 ਸੈਂਟੀਮੀਟਰ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਪੇਜ ਹੈ ਉਹ ਚੇਂਜ ਹੋ ਜਾਏਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਅਸੀਂ ਆਪਾਂ ਕੀ ਕਰ ਸਕਦੇ ਹਾਂ, ਆਪਣੀ ਪੇਜ ਦੀ ਸੈਟਿੰਗ ਨੂੰ ਚੇਂਜ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਅਪਲਾਈ 'ਤੇ ਕਲਿੱਕ ਕਰਾਂਗੇ ਤਾਂ ਜੋ ਵੀ ਬੈਕਗਰਾਊਂਡ 'ਤੇ ਪੇਜ ਆ ਰਿਹਾ ਹੈ ਉਸਦੀ ਸੈਟਿੰਗ ਸੇਮ ਉੱਦਾਂ ਹੀ ਹੋ ਜਾਏਗੀ ਜਿਵੇਂ ਅਸੀਂ ਕਰਨਾ ਚਾਹੁੰਦੇ ਹਾਂ। ਠੀਕ ਹੈ,
उस तो बाद राजे साडे कोल होर भी बहुत सारी ऑप्शनस आ रही ने, जिवें कि ट्रांसपेरेंसी किन्नी रखना चाहते हैं, हैडर फूटर लगाना चाहते हैं या बॉर्डर लगाना चाहते हैं पेज के आले दुआले, तो असी वो भी लगा सकते हैं। उस तो बाद आपां फेसबुक के उत्ते मूव करांगे। तो ये सारी चीज़ां आपां ने डिस्कस कर लिया ने। नैक्सट राजे साडे कोल है फॉर्मैटिंग टैक्सट। ठीक है, तो फॉर्मैटिंग टैक्सट का मतलब की है, असी टैक्सट नूं किवें फॉर्मैट करना है। तो इस दे विच साडे कोल जां तां कोई पैराग्राफ होवेगा जां कोई टैक्सट होवेगा, तो असी उसनूं सिलैक्ट करांगे। तो जदों असी उसनूं सिलैक्ट करांगे उस तो बाद ही असी उसनूं फॉर्मैट कर सकते हैं। तो उरे साडे कोल लिखिया होया है कि देयर आर वेरीअस मैथड ऑफ फॉर्मैटिंग टैक्सट। ठीक है, तो जदों भी असी किसी भी टैक्सट नूं फॉर्मैट करना चाहते हैं तो साडे कोल बहुत सारे मैथड्स होंदे ने उसनूं फॉर्मैट करन दे। जिमें कि फस्ट उरे लिखा होया कि यूज़ मैन्यू ऑप्शन फॉर द मैन्यू बार। ठीक है, असी मैन्यू ऑप्शन नूं भी यूज़ कर सकते हैं। तो मैन्यू ऑप्शन किहड़ी हुंदी है साडे कोल, ए वाली जो साडा है मैन्यू ऑप्शन है। ठीक है, तो असी मैन्यू ऑप्शन दे विच जाके भी उसनूं की कर सकते हैं, फॉर्मैट कर सकते हैं। जिमें कि तुसी टूल्स दे विच जाओगे या फॉर्मैट दे विच जाके तुसी अपना टैक्सट नूं की कर सकते हो, फॉर्मैट कर सकते हो। ओके, अगर लाइन्स की गल करिए या लिस्ट की गल करिए, कुछ भी असी करिए, तो फिलहाल आप टैक्सट की गल कर रहे हैं तो टैक्सट नूं असी की कर सकते हैं, मैनू बार दे विच जाके भी फॉर्मैट कर सकते हैं। उस तो बाद राजे साडे कोल सैकेंड ऑप्शन है स्टैंडर्ड टूल बार। असी स्टैंडर्ड टूल बार दे विच जाके भी की कर सकते हैं, अपने टैक्सट नूं फॉर्मैट कर सकते हैं। ओके, तो साडे कोल जिवें उरे काफ़ी सारी ऑप्शनस आ रही ने, तो तुसी ये वाली ऑप्शनस ते जाके भी की कर सकते हो, अपने टैक्सट नूं फॉर्मैट कर सकते हो। उस तो बाद साडे कोल हैगा यूज़ द कॉन्टैक्सट मैन्यू। ठीक है, किहड़ा मैन्यू, कॉन्टैक्सट मैन्यू। द कॉन्टैक्सट मैन्यू अपीयर्स बाय राइट क्लिकिंग ऑन द सिलैक्टेड टैक्सट। ठीक है, तो इसका मतलब की है कि जदों भी आप कुछ लिखते हैं, मान लो मैं आपका नाम लिख रही हाँ, ओके, तो अगर मैं इसमें सिलैक्ट करती हाँ तो मैं राइट क्लिक करके भी इसनूं की कर सकती हाँ, फॉर्मैट कर सकती हाँ। ओके, उस तो बाद साडे कोल नैक्सट राजे जो हुंदा है यूज़ द कीबोर्ड शॉर्टकट। तो असी कीबोर्ड तो कोई भी शॉर्टकट लेके भी, लाइक असी उसनूं बोल्ड करना चाहते हैं तो शॉर्टकट Ctrl+B प्रेस करांगे तो वो भी साडे कोल की हो जाएगा, फॉर्मैट हो जाएगा। ओके स्टूडेंट्स, तो आपां ने 4 मैथड पढ़े ने एक टैक्सट नूं किवें असी फॉर्मैट कर सकते हैं। तो जो साडा फस्ट सी वो सी मैन्यू बार, सैकेंड सी स्टैंडर्ड टूल बार। ओके, इत्थों मीनस तुसी कोई भी बटन सिलैक्ट कर सकते हो, अगर तुसी इसनूं कलर करना चाहते हो तो कलर कर सकते हो। थर्ड साडा स्टैप सी या थर्ड मैथड सी टैक्सट नूं सिलैक्ट करके राइट क्लिक करके फॉर्मैट करना। एंड जो फोर्थ सी शॉर्टकट की, मान लो तुसी कोई शॉर्टकट की तो इसका साइज़ इनक्रीज़ करना चाहते हो तो तुसी वो भी कर सकते हो। तो ये की सी साडा लास्ट सी कि शॉर्टकट की हैल्प दे नाल भी असी टैक्सट नूं की कर सकते हैं, फॉर्मैट कर सकते हैं। हुण असी एक चीज़ होर सिखावांगी मैं तुहानूं इस दे विच कि जो लिबरे ऑफिस हुंदा है उस दे विच असी रैंडम टैक्सट किवें लेके आ सकते हैं या डमी टैक्सट किवें लेके आ सकते हैं। लास्ट टाइम मैं तुहानूं MS वर्ड दे विच दस्सिया सी कि जदों आपां RAND लिखदे सी ते ब्रैकेट्स ओपन करदे सी तो साडे कोल की हुंदा सी, एक पैराग्राफ आ जांदा सी। बट लिबरे ऑफिस दे विच एवें नहीं हुंदा, इस लई सानूं की प्रेस करना पैंदा है DT। ठीक है, DT तो बाद असी अपने कीबोर्ड तो F3 प्रेस करनी है। जदों असी F3 प्रेस करांगे तुसीं देखोगे कि साडे कोल एक रैंडम टैक्सट आ गया है। अगर असी इसका साइज़ डिक्रीज़ करांगे तो यह एक पेज के उत्ते आ जाएगा। ओके, तो नैक्सट असी मूव करते हैं अगले टॉपिक पे। जो अगला टॉपिक है साडा वो है रिमूविंग मैनुअल फॉर्मैटिंग। ठीक है, तो रिमूविंग मैनुअल फॉर्मैटिंग का मतलब की है, जो भी असी कोई फॉर्मैटिंग की हुई है किसी टैक्सट के उत्ते उसनूं मैनुअली किवें असी हटा सकते हैं। तो उसके लिए सब तो पहला असी की करांगे, किसी शब्द के उत्ते फॉर्मैटिंग करांगे। मान लो आप साडे कोल जो सेंटेंस है इस दे उत्ते असी कुछ फॉर्मैटिंग करते हैं। ओके, तो इसनूं असी अनबोल्ड करते हैं। ठीक है, उस तो बाद असी फॉर्मैट ते जावांगे एंड उस तो बाद असी क्लीयर डायरैक्ट फॉर्मैट के उत्ते जावांगे। जदों उसके उत्ते आपां क्लिक करांगे तुसीं देखोगे इसकी जो भी फॉर्मैटिंग है टैक्सट की वो हट जाएगी। ठीक है, अगर Ctrl+Z करांगे तो सेम वही आ जाएगी। इसकी शॉर्टकट की भी है साडे कोल Ctrl+M।
तो अगर तुसी Ctrl+M करोगे तो साडी मैनुअल फॉर्मैटिंग हट जाएगी। ओके, उस तो बाद राजे साडे कोल अगली आती है कॉमन टैक्सट फॉर्मैटिंग। ठीक है, कॉमन टैक्सट फॉर्मैटिंग का मतलब कि जो कॉमनली असी ऑप्शन यूज़ करते हैं, जिमें कि चेंजिंग फॉन्ट साइज़, ठीक है, चेंजिंग फॉन्ट स्टाइल या फॉन्ट टाइप, ठीक है, या असी फॉन्ट कलर। तो ये साडे की होंदे ने कॉमन टैक्सट फॉर्मैटिंग होंदे ने। जिमें कि तुसी एक डायग्राम दे विच भी देख सकते हो कि फॉन्ट का साइज़ चेंज करना या स्टाइल चेंज करना, उसनू बोल्ड इटैलिक अंडरलाइन करना, या फॉन्ट टाइप चेंज करना, या फॉन्ट कलर चेंज करना। तो ये सारे साडे की होंदे ने कॉमन टैक्सट फॉर्मैटिंग होंदे ने। तो इन्हां दी जो साडे कोल जो शॉर्टकट की होंदी है वो सारिਆਂ ਨੂੰ पता ही है। बोल्ड दी Ctrl+B होंदी है, इटैलिक दी Ctrl+I होंदी है, ते अंडरलाइन दी Ctrl+U होंदी है। ओके, तो असी इत्थे भी एक बार देख लें। अगर तुसी कोई रैंडम टैक्सट सिलैक्ट करते हो, जिमें कि लास्ट टाइम मैं तुहानूं दस्सिया सी भी रैंडम असी किवें कर सकते हैं विद द हैल्प ऑफ कंट्रोल बटन। असी की कर सकते हैं, रैंडम सिलैक्ट कर सकते हैं कोई भी टैक्सट नूं। ओके, तो डबल क्लिक करांगे कोई भी, मान लो इन्हां दी असी फॉर्मैटिंग चेंज करनी है, तो असी जिमें मान लो इसनूं इटैलिक करना चाहते हैं तो ये इटैलिक हो जाएंगे, इन्हां दा कलर चेंज करना चाहते हैं तो कलर चेंज हो जाएगा। तो इस तरीके नाल असी की कर सकते हैं, एक जो कॉमन फॉर्मैटिंग है वो कर सकते हैं। ठीक है, तो इस दे विच सब तो पहला हैगा सी फॉन्ट साइज़। तो फॉन्ट साइज़ नूं असीं किवें चेंज करांगे, इत्थे साडे कोल फॉन्ट साइज़ की ऑप्शन आ रही है। ठीक है, बोल्ड इटैलिक अंडरलाइन दी आ रही है। अगर फॉन्ट तुसीं इसका फॉन्ट स्टाइल चेंज करना चाहते हो तो वो भी कर सकते हो। ठीक है, उस तो बाद राजे नैक्सट साडा जो टॉपिक है वो है चेंजिंग टैक्सट केस। चेंजिंग टैक्सट केस की होंदा है कि जदों असीं किसी टैक्सट का केस चेंज करना चाहते हैं। ठीक है, मान लो उरे साडे कोल काफ़ी सारी ऑप्शनस आ रही ने, तुसी देख सकते हो। ये लास्ट टाइम भी असी पढ़िया सी। मान लो तुसी सेंटेंस नूं अपर केस दे विच करना चाहते हो, या लोअर केस हो गए, या साइकल केस आ, या सेंटेंस केस आ, या कैपिटल ईच वर्ड आ, या टोगल केस आ। तो ये तुसी कोई भी केस दे विच उसनूं चेंज कर सकते हो। तो चेंज करने लई तुसी की करोगे, तुहाडे कोल सब तो पहला कोई ना कोई पैराग्राफ होना चाहिए है। ठीक है, उस तो बाद तुसी उसनूं चेंज कर सकते हो। नैक्सट वाली साडे कोल जो आंदा है टॉपिक वो है सुपरस्क्रिप्ट एंड सबस्क्रिप्ट। ठीक है, तो सुपरस्क्रिप्ट एंड सबस्क्रिप्ट ऑल्सो वेरी कॉमन ऑप्शन, बट इट इज़ अ वेरी यूजफुल फॉर द स्टूडेंट्स। तो इसकी एग्जाम्पल साडे कोल दित्ती हुई है राजे। कई बार सानू 5 जुलाई ऐदा लिखण की लोड़ पैंदी है, तो जो इसका TH होंदा है उसनूं असी कई बार टॉप ते मतलब सुपरस्क्रिप्ट की वरतों दे नाल उसनूं एज ए स्केयर लिख सकते हैं। तो उस टाइम असी की यूज़ करांगे सुपरस्क्रिप्ट। मीनस अगर साडे कोल कोई असी फॉर्मूला लिखना चाहते हैं, कोई कैमिकल फॉर्मूला लिखना चाहते हैं लाइक O2, तो जो 2 होंदा है वो असी बेस ते लिखना होंदा है, तो असी वो सबस्क्रिप्ट की मदद के नाल लिख सकते हैं। ठीक है, तो जो साडा सुपरस्क्रिप्ट एंड सबस्क्रिप्ट की ऑप्शन ने वो साडियां कित्थे होंदियां ने, फॉर्मैट मैन्यू दे विच होंदियां ने, बट स्टैंडर्ड टूल बार दे विच भी होंदियां ने। लाइक इत्थे साडे कोल जो पैराग्राफ लिखा होया है तुसी देख सकते हो कि जो साडा सुपरस्क्रिप्ट एंड सबस्क्रिप्ट की ऑप्शनस साडियां स्टैंडर्ड टूल बार दे विच हैगियां ने। तो अगर असी इसनूं अप्लाई करना चाहते हैं, मान लो तुसी 5th, एक बार आप फॉन्ट साइज़ इनक्रीज कर लिए, मान लो तुसी 5 जुलाई लिखना चाहते हो तो तुसी 5th पातिया, तो TH जो साडा है उसनूं सिलैक्ट करके असी की करांगे, सुपरस्क्रिप्ट की ऑप्शन नूं सिलैक्ट कर लांगे। उसी तरह अगर तुसी O2 लिखना चाहते हो तो O पाके 2 नूं सिलैक्ट करांगे, एंड सबस्क्रिप्ट की ऑप्शन नूं क्लिक करांगे। तो इस तरीके नाल असी की कर सकते हैं, ये वाली ऑप्शनस नूं यूज़ कर सकते हैं। ओके स्टूडेंट्स, सो जो अज दा अपना ये टॉपिक सी वो इन्ना की सी, जिस दे विच असी की सीखिया, फॉर्मैटिंग बारे सीखिया। चलो एक बार आपां इसदी रिवीजन कर लीए। तो राजे जो अज दा अपना टॉपिक सी, असी इस दे विच सीखिया सी कि फॉर्मैटिंग है डॉक्यूमेंट, मीनस एक डॉक्यूमेंट नूं असी किवें फॉर्मैट करना है। तो सब तो पहला असी इस दे विच की सीखिया सी, पेज स्टाइल बारे सीखिया सी। पेज स्टाइल डायलॉग की हुंदा है, जदों असी अपने पेज की की करनी हुंदी है, फॉर्मैटिंग करनी हुंदी है। तो उसकी ऑप्शन साडे कोल कित्थे सी, फॉर्मैट मैन्यू दे विच जाके पेज स्टाइल की ऑप्शन
ਦੇ ਉੱਤੇ ਅਸੀਂ ਕਲਿੱਕ ਕੀਤਾ ਸੀ। ਤਾਂ ਇਸ ਤਰੀਕੇ ਨਾਲ ਆਪਾਂ ਦੇਖਿਆ ਸੀ ਕਿ ਅਸੀਂ ਇੱਕ ਪੇਜ ਦੀ ਜੋ ਮਾਰਜਿਨ ਹੈ ਉਸਨੂੰ ਕਿਵੇਂ ਸੈੱਟ ਕਰ ਸਕਦੇ ਹਾਂ, ਜਾਂ ਵਿਡਥ ਜਾਂ ਹਾਈਟ ਹੈ ਉਹ ਕਿਵੇਂ ਸੈੱਟ ਕਰ ਸਕਦੇ ਹਾਂ, ਜਾਂ ਉਸਨੂੰ ਕਿਵੇਂ ਅਸੀਂ ਪੋਰਟਰੇਟ ਕਰਨਾ ਹੈ ਜਾਂ ਲੈਂਡਸਕੇਪ ਕਰਨਾ ਹੈ। ਠੀਕ ਹੈ, ਤਾਂ ਅਸੀਂ ਮੀਨਸ ਪੇਜ ਸਟਾਈਲ ਡਾਇਲੌਗ ਦੇ ਵਿੱਚ ਇਹ ਕੁਝ ਸਿੱਖਿਆ ਸੀ। ਨੈਕਸਟ ਸਾਡੇ ਕੋਲ ਆਉਂਦਾ ਹੈ ਫਾਰਮੈਟਿੰਗ ਟੈਕਸਟ। ਤਾਂ ਫਾਰਮੈਟਿੰਗ ਟੈਕਸਟ ਦੇ ਵਿੱਚ ਰਾਜੇ ਅਸੀਂ ਕੀ ਸਿੱਖਿਆ ਸੀ, ਰਿਮੂਵਿੰਗ ਮੈਨੂਅਲ ਫਾਰਮੈਟਿੰਗ। ਤਾਂ ਮੈਨੂਅਲ ਫਾਰਮੈਟਿੰਗ ਕੀ ਹੁੰਦੀ ਹੈ, ਜੋ ਅਸੀਂ ਮੈਨੂਅਲੀ ਡਿਲੀਟ ਕਰ ਸਕਦੇ ਹਾਂ ਜਾਂ ਫਾਰਮੈਟ ਕਰ ਸਕਦੇ ਹਾਂ। ਤਾਂ ਉਸ ਦੇ ਲਈ ਸ਼ਾਰਟਕਟ ਕੀ ਸਾਡੇ ਕੋਲ ਕੀ ਸੀ, Ctrl+M। ਤਾਂ Ctrl+M ਦੀ ਮਦਦ ਦੇ ਨਾਲ ਅਸੀਂ ਕੀ ਕਰ ਸਕਦੇ ਸੀ, ਜੋ ਸੀ ਰਿਮੂਵ ਕਰ ਸਕਦੇ ਸੀ ਮੈਨੂਅਲ ਫਾਰਮੈਟਿੰਗ ਨੂੰ, ਜਿਵੇਂ ਕਿ ਮੈਂ ਤੁਹਾਨੂੰ ਹੁਣ ਕਰਕੇ ਦਿਖਾਇਆ ਹੈ। ਉਸ ਤੋਂ ਬਾਅਦ ਸਾਡੇ ਕੋਲ ਰਾਜੇ ਕਾਮਨ ਟੈਕਸਟ ਫਾਰਮੈਟਿੰਗ ਸੀ, ਜੋ ਅਸੀਂ ਕਾਮਨਲੀ ਮੀਨਸ ਚੇਂਜ ਕਰਦੇ ਸੀ, ਕਾਮਨ ਜੋ ਅਸੀਂ ਟੈਕਸਟ ਨੂੰ ਫਾਰਮੈਟ ਕਰਦੇ ਸੀ। ਤਾਂ ਕਾਮਨ ਕਿਹੜੇ ਸੀ, ਜਿਵੇਂ ਕਿ ਬੋਲਡ, ਇਟੈਲਿਕ, ਅੰਡਰਲਾਈਨ ਹੋ ਗਏ ਸੀ। ਸਾਡੇ ਕੋਲ ਚੇਂਜਿੰਗ ਟੈਕਸਟ ਕੇਸ। ਤਾਂ ਟੈਕਸਟ ਕੇਸ ਕੀ ਹੁੰਦੇ ਨੇ, ਜਦੋਂ ਅਸੀਂ ਆਪਣੇ ਟੈਕਸਟ ਨੂੰ ਮੀਨਸ ਅਪਰ ਕੇਸ ਦੇ ਵਿੱਚ ਲਿਖਣਾ ਹੈ ਜਾਂ ਲੋਅਰ ਕੇਸ ਦੇ ਵਿੱਚ ਲਿਖਣਾ ਹੈ ਜਾਂ ਸੈਂਟੈਂਸ ਕੇਸ ਦੇ ਵਿੱਚ ਲਿਖਣਾ ਹੈ, ਉਸ ਟਾਈਮ ਅਸੀਂ ਚੇਂਜਿੰਗ ਟੈਕਸਟ ਕੇਸ ਯੂਜ਼ ਕਰਦੇ ਸੀ। ਉਸ ਤੋਂ ਬਾਅਦ ਸਾਡੇ ਕੋਲ ਰਾਜੇ ਅਗਲਾ ਸੀ ਸੁਪਰਸਕ੍ਰਿਪਟ ਐਂਡ ਸਬਸਕ੍ਰਿਪਟ। ਤਾਂ ਇਹ ਸਾਡਾ ਸੁਪਰਸਕ੍ਰਿਪਟ ਐਂਡ ਸਬਸਕ੍ਰਿਪਟ ਆਪਸ਼ਨ ਸੀ। ਮੰਨ ਲਓ ਤੁਸੀਂ ਕੋਈ ਸਾਇੰਸ ਦਾ ਫਾਰਮੂਲਾ ਲਿਖਣਾ ਹੈ ਜਾਂ ਕੋਈ ਮੈਥਮੈਟੀਕਲ ਇਕੁਏਸ਼ਨ ਲਿਖਣੀ ਹੈ, ਟਾਈਮ ਯੂ ਕੈਨ ਚੂਜ਼ ਥੀਸ ਆਪਸ਼ਨਸ। ਓਕੇ, ਸੋ ਆਈ ਹੋਪ ਸਟੂਡੈਂਟ ਤੁਹਾਨੂੰ ਅੱਜ ਦਾ ਇਹ ਸੈਸ਼ਨ ਪਸੰਦ ਆਇਆ ਹੋਵੇਗਾ, ਜਿਸ ਦੇ ਵਿੱਚ ਅਸੀਂ ਡਾਕੂਮੈਂਟ ਨੂੰ ਫਾਰਮੈਟ ਕਰਨ ਬਾਰੇ ਪੜ੍ਹਿਆ। ਤਾਂ ਨੈਕਸਟ ਸੈਸ਼ਨ ਦੇ ਵਿੱਚ ਫਿਰ ਮਿਲਾਂਗੇ। ਬਾਏ, ਟੇਕ ਕੇਅਰ, ਹੈਵ ਏ ਨਾਈਸ ਡੇ।